ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜੇਹਾ ਤੂੰ ਕਰਾਇਹਿ ਤੇਹਾ ਹਉ ਕਰੀ ਵਖਿਆਨ। ਜੋਗੀ ਸਰ ਪਾਵੈ ਨਹੀਂ, ਤੋਇ ਗੁਣ ਕਥਨ ਅਪਾਰ। ਪ੍ਰੇਮ ਭਗਤ ਕੈ ਕਾਰਣ, ਕਹਿ ਰਵਿਦਾਸ ਚਮਾਰ। ਪ੍ਰੇਮ ਭਗਤ ਕੈ ਕਾਰਣ, ਕਹਿ ਰਵਿਦਾਸ ਚਮਾਰ। ਕਹਿ ਰਵਿਦਾਸ ਅਕਥ ਕਥਾ, ਬਹੁ ਕਾਇ ਕਰੀਜੈ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਜੋਤ, ਖੰਡਾਂ ਬ੍ਰਹਮੰਡਾਂ ਦੇ ਮਾਲਕ, ਤਖਤਾਂ ਤਾਜਾਂ ਦੇ ਮਾਲਕ, ਦੀਨ ਦੁਨੀਆ ਦੇ ਮਾਲਕ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਜੁੜ ਕੇ ਪਿੰਡ ਪੰਨਵਾ, ਸਮੂਹ ਨਗਰ ਨਿਵਾਸੀ, ਇਲਾਕਾ ਨਿਵਾਸੀ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਵੀਰ, ਗੁਰੂ ਕੀ ਸੰਗਤ, ਨੌਜਵਾਨ ਵੀਰ ਰਲ ਮਿਲ ਕੇ ਸਾਲਾਨਾ ਮਹਾਨ ਗੁਰਮਤਿ ਸਮਾਗਮ ਜੋ ਹਰ ਸਾਲ ਕਰਵਾਇਆ ਜਾਂਦਾ ਹੈ, ਉਹ ਸਾਲਾਨਾ ਸਮਾਗਮ ਜਿਹੜੇ ਹਨ ਅੱਜ ਚੱਲ ਰਹੇ ਹਨ। ਆਓ ਕੁਝ ਸਮਾਂ ਗੁਰਮਤਿ ਵਿਚਾਰਾਂ ਸੱਚੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਆਪ ਜੀ ਦੇ ਨਾਲ ਗੁਰੂ ਬਖਸ਼ੀ ਮਤ, ਗੁਰੂ ਬਖਸ਼ੀ ਹੋਈ ਸੋਝੀ,
ਗੁਰੂ ਬਖਸ਼ੀ ਹੋਈ ਅਕਲ ਅਤੇ ਸੂਝ-ਬੂਝ ਦੇ ਨਾਲ ਦਾਤਾਰ ਜੀ ਰਹਿਮਤਾਂ ਕਰਕੇ ਆਪਣੇ ਦਰ ਘਰ ਦੀ ਸੇਵਾ ਆਪ ਹੀ ਕਰਵਾ ਲੈਣ ਜੀ। ਆਓ ਗੁਰੂ ਕੀ ਸੰਗਤ ਜੀ, ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਫਤਿਹ ਦਾ ਸਿਮਰਨ ਸਾਰੇ ਹੀ ਕਰੀਏ। ਪਿਆਰ ਵਿੱਚ ਭਿੱਜ ਕੇ ਬੁਲੰਦ ਆਵਾਜ਼ ਤੇ ਚੜ੍ਹਦੀ ਕਲਾ ਵਿੱਚ ਬੋਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਤੇ ਕੱਲ ਬੇਗਮਪੁਰੇ ਦੇ ਵਾਸੀ ਸਾਚੀ ਪ੍ਰੀਤ ਦਾ ਹੋਕਾ ਦੇਣ ਵਾਲੇ, ਸਤ ਸੰਗਤ ਸ਼ਰਨ ਤੁਮਾਰੀ ਦੀਆਂ ਬਾਤਾਂ ਕਰਨ ਵਾਲੇ ਉਸ ਪਰਮੇਸ਼ਰ ਦੀ ਰੱਬੀ ਬਖਸ਼ਿਸ਼, ਰੱਬੀ ਕਿਰਪਾ ਨੂੰ ਮੰਨਣ ਵਾਲੇ, ਧੰਨ 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 ਭਗਤ ਰਵਿਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿੰਨਾਂ ਦਾ ਪ੍ਰਕਾਸ਼ ਪੁਰਬ ਦਾ ਦਿਹਾੜਾ, ਆਗਮਨ ਪੁਰਬ ਦਾ ਦਿਹਾੜਾ ਜਿਹੜਾ ਹੈ ਉਹ ਲੰਘਿਆ ਹੈ। ਅੱਜ ਵੀ ਮਨਾਇਆ ਜਾ ਰਿਹਾ ਹੈ। ਅਗਲੇਰੇ ਦਿਨਾਂ ਵਿੱਚ ਵੀ ਗੁਰੂ ਕੀਆਂ ਸੰਗਤਾਂ ਜਿਹੜੀਆਂ ਨੇ ਉਹ ਮਨਾ ਰਹੀਆਂ ਨੇ। ਮੈਂ ਕੁਝ ਬੇਨਤੀਆਂ ਉਹਨਾਂ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ, ਉਹਨਾਂ ਦੇ ਜੀਵਨ ਵਿੱਚੋਂ ਕਰਨੀਆਂ ਨੇ ਕਿ ਜਦੋਂ ਪਰਮੇਸ਼ਰ ਕਿਰਪਾ ਕਰਦਾ ਹੈ, ਇਹਨਾਂ ਕੁ ਪੱਖ ਆਪਾਂ ਵਿਚਾਰਾਂਗੇ ਕਿ ਜਦੋਂ ਪਰਮੇਸ਼ਰ ਵਾਹਿਗੁਰੂ ਕਿਰਪਾ ਕਰਦੇ ਤੇ ਫਿਰ ਕੀ ਕੁਝ ਹੁੰਦਾ ਹੈ। ਉਹਨਾਂ ਰੱਬੀ ਬਾਣੀ ਰਾਹੀਂ ਇਹ ਗੱਲ ਸਾਨੂੰ ਸਮਝਾਈ। ਚੇਤੇ ਰੱਖੀ ਪਿਆਰਿਆ, ਰੱਬ ਤੋਂ ਬਿਨਾਂ ਕੋਈ ਕਿਰਪਾ ਕਰ ਨਹੀਂ ਸਕਦਾ। ਜਿੱਦਾਂ ਦੀ ਕਿਰਪਾ ਰੱਬ ਕਰਦਾ ਹੈ ਤੇ ਜੋ ਫਿਰ ਰੱਬ ਕਿਰਪਾ ਕਰਕੇ ਕਰਦਾ ਹੈ, ਉਸ ਪੱਖ ਨੂੰ ਤੁਹਾਡੇ ਅੱਗੇ ਸੰਖੇਪ ਸਮੇਂ ਦੇ ਦਾਇਰੇ ਵਿੱਚ ਰਹਿ ਕੇ ਰੱਖਣ ਦਾ ਯਤਨ ਕਰਾਂ। ਰੱਬੀ ਬਾਣੀ ਵਿੱਚ ਆਪਾਂ ਸ਼ਬਦ ਪੜ੍ਹਦੇ ਹਾਂ। ਵੈਸੇ ਕਿਰਪਾ ਦੇ ਪਰਥਾਏ ਤੇ ਸਤਿਗੁਰੂ ਜੀ ਦੀ ਬਾਣੀ ਵਿੱਚ ਬਹੁਤ ਕੁਝ ਹੈ। ਜਦੋਂ ਆਪਾਂ ਸਵੇਰੇ ਨਿਤਨੇਮ ਕਰੀਏ, ਮੈਂ ਸੰਖੇਪ ਬੇਨਤੀਆਂ ਨਿਤਨੇਮ ਦੀ ਬਾਣੀ ਵਿੱਚੋਂ ਕਿਰਪਾ ਦੇ ਪਰਥਾਏ, ਜਦੋਂ ਆਪਾਂ ਨਿਤਨੇਮ ਦੀ ਬਾਣੀ ਪੜ੍ਹੀਏ, ਜਦੋਂ ਆਪਾਂ ਮੂਲ ਮੰਤਰ ਦਾ ਪਾਠ ਪੜ੍ਹਦੇ ਹਾਂ ਤੇ ਮੂਲ ਮੰਤਰ ਦੇ ਪਾਠ ਅੰਦਰ ਵੀ ਗੁਰਦੇਵ ਨੇ ਸ਼ਬਦ ਇਹ ਵਰਤਿਆ, ਕਹਿਣ ਲੱਗੇ ਗੁਰ ਪ੍ਰਸਾਦ। ਗੁਰ ਪ੍ਰਸਾਦ ਦਾ ਅਰਥ ਹੀ ਇਹ ਹੈ ਕਿ ਗੁਰੂ ਦੀ ਕਿਰਪਾ। ਦੂਸਰੀ ਅਰਜ਼, ਜਦੋਂ ਆਪਾਂ ਜਾਪ ਸਾਹਿਬ ਜੀ ਦਾ ਪਾਠ ਪੜ੍ਹਿਆ, ਆਪਾਂ ਸਵਈਆਂ ਦੀ ਬਾਣੀ ਪੜ੍ਹੀ ਤੇ ਸ਼ਬਦ ਸਾਡੇ ਸਾਹਮਣੇ ਆਏ ਤਵੈ ਪ੍ਰਸਾਦ। ਤਵੈ ਦਾ ਅਰਥ ਹੈ ਤੇਰੀ ਤੇ ਪ੍ਰਸਾਦ ਦਾ ਅਰਥ ਹੈ ਕਿਰਪਾ। ਕਦੇ ਸ਼ਬਦ ਆਉਂਦੇ ਨੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਕਦੇ ਸਾਡੇ ਸਾਹਮਣੇ ਸ਼ਬਦ ਆਉਂਦੇ ਨੇ ਤਵੈ ਪ੍ਰਸਾਦ ਭਾਵ ਤੇਰੀ ਕਿਰਪਾ। ਗੁਰਮੁਖੋ, ਥੋੜਾ ਜਿਹਾ ਰੱਬੀ ਬਾਣੀ ਵਿੱਚੋਂ ਕੁਝ ਬੇਨਤੀ ਕਰਾਂ ਤੁਹਾਡੇ ਅੱਗੇ। ਰੱਬੀ ਬਾਣੀ ਪੜੋ ਤੇ ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਸੱਜਣਾ ਇੱਕ ਗੱਲ ਚੇਤੇ ਰੱਖੀ, ਆਹ ਜਿਹੜੀ ਤੈਨੂੰ ਮਨੁੱਖਾ ਦੇਹੀ ਮਿਲੀ ਆ ਨਾ, ਮਨੁੱਖਾ ਦੇਹੀ, ਇਹ ਸਰੀਰ, ਇਹ ਕਾਇਆ, ਇਹ ਤਨ, ਇਹ ਮਿੱਟੀ ਦਾ ਪੁਤਲਾ। ਤਨ ਤਨ ਭਗਤ ਰਵਿਦਾਸ ਮਹਾਰਾਜ ਜੀ ਨੇ ਸ਼ਬਦ ਇਹੀ ਕਹੇ ਨਾ, ਕਹਿਣ ਲੱਗੇ ਇਹ ਮਿੱਟੀ ਦਾ ਪੁੱਤਰਾ ਹੈ। ਸ਼ਬਦ ਸਾਡੇ ਸਾਹਮਣੇ ਨੇ, ਮਾਟੀ ਕੋ ਪੂਤਰਾ ਕੈਸੇ ਨਚਤ ਹੈ। ਸ਼ਬਦ ਸਾਡੇ ਸਾਹਮਣੇ ਨੇ, ਜਲ ਕੀ ਭੀਤ, ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ। ਸ਼ਬਦ ਸਾਡੇ ਸਾਹਮਣੇ ਨੇ, ਹਾੜ ਮਾਸ ਨਾੜੀ ਕੋ ਪਿੰਜਰ। ਯਾਦ ਰੱਖੀ ਪਿਆਰਿਆ, ਇਸ ਤਨ ਦੇ ਬਾਬਤ ਕਦੇ ਉਹਨਾਂ ਮਿੱਟੀ ਦਾ ਪੁਤਲਾ, ਕਦੇ ਉਹਨਾਂ ਜਲ ਕੀ ਪੀਤ, ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ। ਅੱਗੇ ਸ਼ਬਦ ਵਰਤਿਆ, ਇਹਦੇ ਵਿੱਚ ਕੀ ਹੈ, ਕਹਿਣ ਲੱਗੇ ਪੰਖੀ ਬਸੈ ਵਿਚਾਰਾ। ਪੰਖੀ ਭਾਵ ਆਤਮਾ, ਤੇਰੀ ਜਿੰਦ, ਤੇਰੀ ਜਾਨ। ਤੇ ਇੱਕ ਦਿਨ ਉਹ ਪੰਛੀ ਇਸ ਪਿੰਜਰੇ ਦੇ ਵਿੱਚੋਂ, ਪਿੰਜਰ ਦੇ ਵਿੱਚੋਂ ਉਡਾਰੀ ਵੀ ਮਾਰਦਾ ਹੈ। ਤੇ ਜਦੋਂ ਪਿੰਜਰ ਦੇ ਵਿੱਚੋਂ ਪਿਆਰਿਓ ਉਡਾਰੀ ਮਾਰਦਾ, ਜਦੋਂ ਪਿੰਜਰੇ ਦੇ ਵਿੱਚੋਂ, ਇਸ ਪਿੰਜਰ ਦੇ ਵਿੱਚੋਂ ਉਹ ਜਿੰਦ ਰੂਪੀ ਪੰਛੀ ਜਦੋਂ ਉਡਾਰੀ ਮਾਰਦਾ ਨਾ, ਫਿਰ ਭਗਤ ਰਵਿਦਾਸ ਜੀ ਦੇ ਬੋਲ ਸੂਹੀ ਰਾਗ ਚੋਂ ਸਾਡੇ ਸਾਹਮਣੇ ਆਉਂਦੇ ਨੇ। ਕਹਿੰਦੇ ਜੋ ਦਿਨ ਆਵੈ ਸੋ ਦਿਨ ਜਾਹੀ,
ਚੇਤੇ ਰੱਖੀ ਪਿਆਰਿਆ, ਕਰਨਾ ਕੂਚ ਰਹਿਣ ਥਿਰ ਨਾਹੀ। ਇਥੋਂ ਚਲੇ ਜਾਣਾ ਸਾਰਿਆਂ ਨੇ, ਕੂਚ ਕਰ ਜਾਣਾ। ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਨਾਲ ਦੇ ਚਲੇ ਗਏ। ਸ਼ਬਦ ਵੇਖੋ ਕਿੱਡੇ ਪਿਆਰੇ ਨੇ। ਸੰਗ ਚਲਤ ਹੈ ਨਾਲ ਦੇ ਚਲੇ ਗਏ। ਤੇ ਚੇਤੇ ਰੱਖੀ ਤੇਰੀ ਸੁਰਤ ਵਿੱਚ ਇਹ ਗੱਲ ਆ ਜਾਏ ਕਿ ਹਮ ਪੀ ਚੱਲਣਾ, ਹਮ ਪੀ ਚੱਲਣਾ। ਸੁਰਤ ਵਿੱਚ ਕਿਤੇ ਇਹ ਗੱਲ ਆ ਜਾਏ, ਸੰਗ ਚਲਤ ਹੈ ਹਮ ਪੀ ਚੱਲਣਾ, ਦੂਰ ਗਮਨ ਸਿਰ ਉੱਪਰ ਮਰਨਾ। ਕਿਆ ਤੂੰ ਸੋਇਆ ਜਾਗ ਇਆਨਾ, ਤੈਂ ਜੀਵਨ ਜਗ ਸੱਚ ਕਰ ਜਾਨਾ। ਗੁਰਮੁਖੋ ਚਲੋ ਮੈਂ ਨੇੜੇ ਕਰਕੇ ਗੱਲ ਵਿਸ਼ੇ ਦੇ ਉੱਤੇ ਜਿਹੜੀ ਅਰਜ਼ ਕਰਨੀ, ਬੇਨਤੀ ਕਰਨੀ ਤੁਹਾਡੇ ਅੱਗੇ। ਗੁਰਦੇਵ ਨੇ ਕਿਰਪਾ ਕੀਤੀ ਬਾਣੀ ਵਿੱਚ। ਕਿਰਪਾ ਦੀ ਗੱਲ ਆਪਾਂ ਕਿਰਪਾ ਦੇ ਬਾਬਤ ਕੁਝ ਬਚਨ ਸਾਂਝੇ ਕਰਕੇ ਵਿਚਾਰ ਸੰਕੋਚ ਲੈਣੀ ਹੈ। ਬਾਣੀ ਵਿੱਚ ਬਚਨ ਆਉਂਦੇ ਨੇ, ਕਹਿਣ ਲੱਗੇ ਐ ਮਨੁੱਖ, ਐ ਭਲਿਆ, ਆ ਜਿਹੜੀ ਤੈਨੂੰ ਕਾਇਆ ਮਿਲੀ, ਸਰੀਰ ਮਿਲਿਆ, ਕਾਇਆ ਕਹਿ ਲੋ, ਸਰੀਰ ਕਹਿ ਲੋ, ਤਨ ਕਹਿ ਲੋ, ਦੇਹੀ ਕਹਿ ਲੋ, ਮਿੱਟੀ ਦਾ ਪੁਤਲਾ ਕਹਿ ਲੋ, ਮਿੱਟੀ ਦਾ ਭਾਂਡਾ ਕਹਿ ਲੋ, ਸ਼ਬਦ ਕੋਈ ਵਰਤ ਲੋ। ਕਹਿਣ ਲੱਗੇ ਇਹ ਜਿਹੜਾ ਤੈਨੂੰ ਮਿਲਿਆ ਹੋਇਆ ਨਾ ਸਰੀਰ, ਚੇਤੇ ਰੱਖੀ ਇਹ ਉਹਦੀ ਕਿਰਪਾ ਦੇ ਸਦਕਾ ਹੀ ਮਿਲਿਆ ਹੈ। ਬਾਣੀ ਵਿੱਚ ਬਚਨ ਹਨ, ਤੁਮਰੀ ਕਿਰਪਾ ਤੇ ਮਨੁੱਖ ਦੇਹ ਪਾਈ ਹੈ। ਦੂਸਰੀ ਬੇਨਤੀ ਪਿਆਰਿਓ, ਦੂਸਰੀ ਅਰਜ਼ ਤੁਹਾਡੇ ਅੱਗੇ ਇਹ ਕਰਨ ਲੱਗਾ ਕਿ ਜੇ ਆ ਸਤ ਸੰਗਤ ਵਿੱਚ ਬੈਠਣ ਦਾ ਸੁਭਾਗਾ ਸਮਾਂ ਮਿਲਿਆ, ਘੜੀਆਂ ਮਿਲੀਆਂ, ਆਪਾਂ ਤਨ ਲੈ ਕੇ ਗੁਰੂ ਕੀ ਚਰਨ ਸ਼ਰਨ ਵਿੱਚ, ਗੁਰੂ ਕੀ ਸੰਗਤ ਵਿੱਚ ਆਪਾਂ ਜੇ ਬੈਠੇ ਆ। ਹੁਣ ਇੱਕ ਖਿੰਨ ਮੈਂ ਥੋੜਾ ਜਿਹਾ ਰੁਕਣ ਲੱਗਾ। ਧੰਨ ਧੰਨ ਭਗਤ ਰਵਿਦਾਸ ਮਹਾਰਾਜ ਜੀ, ਉਹਨਾਂ ਦੀ ਬਾਣੀ ਜਦੋਂ ਪੜੋ ਨਾ, ਬੜਾ ਪਿਆਰਾ ਇੱਕ ਸ਼ਬਦ ਹੈ। ਸ਼ਬਦ ਦੀਆਂ ਪੰਕਤੀਆਂ ਹਨ, ਆਰੰਭਕ ਬੋਲ ਹਨ, ਤੁਮ ਚੰਦਨ, ਰੱਬ ਜੀ ਤੁਸੀਂ ਚੰਦਨ ਵਰਗੇ ਹੋ ਤੇ ਆਪਾਂ ਅਰਿੰਡ ਵਰਗੇ। ਚੰਦਨ ਕੀ ਹੈ? ਚੰਦਨ ਸਮੁੱਚੀ ਬਨਸਪਤੀ ਦੇ ਵਿੱਚੋਂ ਕੱਦ ਕਰਕੇ ਉੱਚਾ ਨਹੀਂ ਮੰਨਿਆ ਜਾਂਦਾ। ਯਾਦ ਰੱਖਿਓ, ਉਹ ਖੁਸ਼ਬੂ ਕਰਕੇ ਉੱਚਾ ਮੰਨਿਆ ਜਾਂਦਾ ਹੈ। ਉਹਦੇ ਚ ਗੁਣ ਨੇ, ਉਹ ਗੁਣਾ ਕਰਕੇ ਉੱਚਾ ਹੈ। ਚੰਦਨ ਦਾ ਰੁੱਖ, ਉਹਦੇ ਚ ਗੁਣ ਬੜੇ ਨੇ। ਪਿਆਰਿਓ ਨੇੜੇ ਕਰਕੇ ਗੱਲ, ਮਾਲਕ ਜੀ ਰੱਬ ਜੀ ਤੁਸੀਂ ਹੋ ਚੰਦਨ ਵਰਗੇ ਤੇ ਆਪਾਂ ਹਾਂ, ਅਸੀਂ ਹਾਂ ਅਰਿੰਡ ਵਰਗੇ। ਪਰ ਇੱਕ ਕਿਰਪਾ ਸਾਡੇ ਤੇ ਤੇਰੀ ਹੋ ਗਈ। ਉਹ ਕਿਰਪਾ ਕਿਹੜੀ ਹੋਈ ਭਲਾ? ਕਹਿਣ ਲੱਗੇ ਮਾਲਕ ਜੀ ਤੁਸੀਂ ਚੰਦਨ ਵਰਗੇ ਤੇ ਅਸੀਂ ਅਰਿੰਡ ਵਰਗੇ, ਇੱਕ ਰਹਿਮਤ ਹੋਈ ਕਿ ਸਾਡਾ ਵਾਸਾ ਤੇਰੇ ਸੰਗ ਹੋ ਗਿਆ। ਸਾਡਾ ਵਾਸਾ ਜਿਹੜਾ ਨਾ ਉਹ ਤੇਰੇ ਸੰਗ ਹੈ। ਹੁਣ ਚੰਦਨ ਦਾ ਇੱਕ ਸੁਭਾਅ ਹੈ ਕਿ ਜਿਹੜੀ ਗੁਰਮੁਖੋ ਬਨਸਪਤੀ ਉਹਦੇ ਕੋਲ ਹੈ, ਚੰਦਨ ਦੇ ਬੂਟੇ ਕੋਲ ਜਿਹੜੀ ਬਨਸਪਤੀ ਹੈ ਉਹਦੇ ਵਿੱਚੋਂ ਵੀ ਇੱਕ ਦਿਨ ਚੰਦਨ ਦੀ ਖੁਸ਼ਬੂ ਆਉਣ ਲੱਗ ਪੈਂਦੀ ਹੈ। ਜਦੋਂ ਵਾਸਾ ਜਿਹੜਾ ਪਰਮਾਤਮਾ ਸੰਗ, ਗੁਰੂ ਸੰਗ ਹੋਏਗਾ ਨਾ, ਤੇ ਪਰਮਾਤਮਾ ਵਾਲੇ ਗੁਣ, ਗੁਰੂ ਵਾਲੇ ਗੁਣ ਜਿਹੜੇ ਉਹ ਸਾਡੇ ਜੀਵਨ ਵਿੱਚ ਵੀ ਇੱਕ ਦਿਨ ਜ਼ਰੂਰ ਆਉਣਗੇ ਹੀ ਆਉਣਗੇ। ਤੁਮ ਚੰਦਨ ਹਮ ਅਰਿੰਡ ਬਾਪੂਰੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਭਏ ਹੈ, ਗੰਧ ਸੁਗੰਧ ਨਿਵਾਸਾ। ਤੇ ਇੱਕ ਬੇਨਤੀ, ਪਰਮਾਤਮਾ ਦੇ ਸੰਗ ਤੇ ਗੁਰੂ ਦੇ ਸੰਗ ਵਾਸਾ ਕਿਵੇਂ ਹੋਵੇ? ਇਹ ਸਵਾਲ ਖੜਾ ਹੋਇਆ ਇੱਥੇ। ਪਰਮਾਤਮਾ ਦੇ ਸੰਗ ਵਾਸਾ ਕਿਵੇਂ ਹੋਵੇ? ਗੁਰੂ ਦੇ ਸੰਗ ਵਾਸਾ ਕਿਵੇਂ ਹੋਵੇ? ਤੇ ਅੱਗੋਂ ਆਵਾਜ਼ ਦੇ ਕੇ ਕਹਿਣ ਲੱਗੇ, ਸ਼ਬਦ ਬੜੇ ਬਾਕਮਾਲ ਨੇ। ਤੁਮ ਚੰਦਨ ਹਮ ਅਰਿੰਡ ਬਾਪੂਰੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਭਏ ਹੈ, ਗੰਧ ਸੁਗੰਧ ਨਿਵਾਸਾ। ਮਾਧੋ ਸਤ ਸੰਗਤ ਸ਼ਰਨ ਤੁਮਾਰੀ। ਵੇਖੋ ਸਤ ਸੰਗਤ ਤੇ ਸ਼ਰਨ, ਆ ਦੋ ਜੁਗਤੀਆਂ ਸਾਨੂੰ ਧੰਨ ਧੰਨ ਭਗਤ ਰਵਿਦਾਸ ਜੀ ਨੇ ਦਸੀਆਂ, ਜਿਨ੍ਹਾਂ ਦੋ ਤਰੀਕਿਆਂ ਦੇ ਨਾਲ ਤੇਰਾ ਵਾਸਾ ਪਰਮਾਤਮਾ ਦੇ ਸੰਗ ਹੋ ਸਕਦਾ ਹੈ। ਇੱਕ ਸਤ ਸੰਗਤ ਤੇ ਇੱਕ ਸ਼ਰਨ। ਪਿਆਰਿਓ ਸਤ ਸੰਗਤ ਤੇ ਸ਼ਰਨ, ਜੇ ਆਪਾਂ ਸਤ ਸੰਗਤ ਵਿੱਚ ਬੈਠੇ ਆ, ਤਨ ਲੈ ਕੇ, ਦੇਹੀ ਲੈ ਕੇ ਗੁਰੂ ਚਰਨ ਵਿੱਚ, ਗੁਰੂ ਸ਼ਰਨ ਚਰਨ ਵਿੱਚ ਬੈਠੇ ਆ ਆਪਾਂ, ਤੇ ਚੇਤੇ ਰੱਖੀ ਪਿਆਰਿਆ, ਗੁਰੂ ਗ੍ਰੰਥ ਸਾਹਿਬ ਨੇ ਆਵਾਜ਼ ਦੇ ਕੇ ਕਿਆ ਕਹਿਣ ਲੱਗੇ, ਇਹ ਸਤ ਸੰਗਤ ਵਿੱਚ ਵੀ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਬੈਠਿਆ ਜਾਂਦਾ। ਬਚਨ ਹਨ, ਤੁਮਰੀ ਕਿਰਪਾ ਤੇ ਭਇਓ ਸਾਧ ਸੰਗ। ਇਹ ਦੇਹੀ ਮਿਲੀ ਤੇ ਉਹਦੀ ਕਿਰਪਾ ਨਾਲ। ਪਿਆਰਿਓ ਸਤ ਸੰਗਤ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਉਹਦੀ ਕਿਰਪਾ ਨਾਲ
ਹੁਣ ਤੀਸਰੀ ਅਰਜ਼ ਇੱਕ ਤੁਹਾਡੇ ਅੱਗੇ ਹੋਰ ਕਰਾਂ। ਸਤ ਸੰਗਤ ਵਿੱਚ ਬਹਿ ਕੇ ਜਾਂ ਆਪਣੇ ਘਰ ਵਿੱਚ ਬਹਿ ਕੇ, ਮਾਲਕ ਮਿਹਰ ਕਰੇ ਸਤ ਸੰਗਤ ਵਿੱਚ ਬਹਿ, ਆਪਣੇ ਘਰ ਵਿੱਚ ਬਹਿ, ਘਰ ਬਹਿ ਕੇ ਨਿਤਨੇਮ ਕਰ ਲੈਨੇ ਆ, ਬਾਣੀ ਪੜ੍ਹ ਲੈਨੇ ਆ, ਗੁਰੂ ਗੁਰੂ ਰਸਨਾ ਤੋਂ ਨਿਕਲਦਾ ਹੈ। ਸ਼ੁਕਰ ਸ਼ੁਕਰ ਜੇ ਸਾਡੀ ਜ਼ੁਬਾਨ ਤੋਂ ਹੁੰਦਾ ਹੈ, ਸ਼ੁਕਰ ਸ਼ੁਕਰ ਜੇ ਮਾਲਕ ਦਾ ਨਿਕਲਦਾ ਹੈ। ਗੁਰੂ ਗੁਰੂ ਕਰ ਲੈਨੇ ਆ, ਨਿਤਨੇਮ ਕਰ ਲੈਨੇ ਆ, ਸੁਖਮਨੀ ਸਾਹਿਬ ਪੜ੍ਹ ਲੈਨੇ ਆ। ਚੇਤੇ ਰੱਖੀਓ ਪਿਆਰਿਆ, ਗੁਰੂ ਗ੍ਰੰਥ ਸਾਹਿਬ ਆਵਾਜ਼ ਦੇ ਕੇ ਕਹਿੰਦੇ ਕਹਿੰਦੇ ਇਹ ਵੀ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਜਪਿਆ ਜਾਂਦਾ। ਉਹਦੀ ਕਿਰਪਾ ਹੋਵੇ ਤੇ ਤਾਂ, ਇਹ ਵੀ ਉਹਦੀ ਕਿਰਪਾ ਤੋਂ ਬਿਨਾਂ ਨਹੀਂ। ਬਾਣੀ ਵਿੱਚ ਬਚਨ ਨੇ ਤੁਮਰੀ ਕਿਰਪਾ ਤੇ ਜਪੀਐ ਨਾਉ, 3 ਬਚਨ। ਹੁਣ ਚੌਥਾ ਬਚਨ ਗੁਰਦੇਵ ਦੀ ਬਾਣੀ ਚੋਂ ਕਿਰਪਾ ਦੇ ਬਾਬਤ ਹੋਰ ਸਾਂਝਾ ਕਰਾਂ। ਜਦੋਂ ਆਪਾਂ ਅਰਦਾਸ ਕਰਦੇ ਹਾਂ, ਤਵੱਜੋ ਦੇਣਾ ਸਾਰੇ ਮਾਈ ਭਾਈ, ਜਿਵੇਂ ਜਦੋਂ ਆਪਾਂ ਅਰਦਾਸ ਕਰਦੇ ਹਾਂ ਨਾ, ਅਰਦਾਸ ਵਿੱਚ ਆਪਾਂ ਇਹ ਬਚਨ ਕਹਿੰਦੇ ਆ। ਜਦੋਂ ਪੜ੍ਹਿਆ ਜਾਂਦਾ ਹੈ, ਅਰਦਾਸ ਕਰਨ ਤੋਂ ਪਹਿਲਾਂ ਖਲੋ ਕੇ ਗੁਰੂ ਅਰਜਨ ਸਾਹਿਬ ਦੇ ਬੋਲ ਬੋਲੇ ਜਾਂਦੇ ਨੇ, ਪੜ੍ਹੇ ਜਾਂਦੇ ਨੇ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਤੇ ਅੱਗੇ ਕਹਿਣ ਲੱਗੇ ਜੇ ਮਾਲਕਾ ਸੁਖ ਨੇ ਨਾ ਸਾਡੇ ਕੋਲ, ਯਾਦ ਰੱਖਿਓ, ਜੇ ਅੱਜ ਸਾਡੇ ਕੋਲ ਸੁਖ ਨੇ ਮਾਲਕਾ, ਤੇ ਤੇਰੀ ਕਿਰਪਾ ਤੋਂ ਬਿਨਾਂ ਤੇ ਦਾਤਿਆ ਸੁਖ ਵੀ ਪ੍ਰਾਪਤ ਨਹੀਂ ਹੁੰਦੇ। ਜੇ ਸੁਖ ਮਿਲੇ ਨੇ ਤੇ ਤੇਰੀ ਕਿਰਪਾ ਦੇ ਵਿੱਚੋਂ ਮਿਲੇ ਨੇ ਪਿਆਰਿਓ, ਉਹਦੀ ਕਿਰਪਾ। ਹੁਣ ਉਹਦੀ ਕਿਰਪਾ ਨੂੰ, ਰੱਬ ਦੀ ਕਿਰਪਾ ਨੂੰ ਮਾਣਿਆ, ਰੱਬੀ ਬਖਸ਼ਿਸ਼ ਨੂੰ ਮਾਣਿਆ। ਧੰਨ ਧੰਨ ਭਗਤ ਰਵਿਦਾਸ ਮਹਾਰਾਜ ਜੀ ਨੇ ਜਦੋਂ ਰੱਬ ਦੀ ਕਿਰਪਾ ਹੁੰਦੀ, ਉਹਨਾਂ ਦੀ ਬਾਣੀ ਚੋਂ ਮੈਂ ਕੁਝ ਕਿਰਪਾ ਬਾਬਤ ਬਚਨ ਕਹਿ ਕੇ ਵਿਚਾਰ ਨੂੰ ਸੰਕੋਚਣ ਵਾਲੇ ਪਾਸੇ ਆਵਾਂ। ਪਿਆਰਿਓ, ਬੜੇ ਪਿਆਰੇ ਬੋਲ ਉਹਨਾਂ ਦੀ ਪਾਵਨ ਪਵਿੱਤਰ ਬਾਣੀ ਦੇ। ਜਦੋਂ ਇਹ ਸ਼ਬਦ ਪੜਿਆ ਜਾਂਦਾ ਐਸੀ ਲਾਲ, ਲਾਲ ਕਹਿੰਦੇ ਕਿਰਪਾ, ਕਹਿੰਦੇ ਇਦਾਂ ਦੀ ਕਿਰਪਾ। ਸ਼ਬਦ ਵੇਖਿਓ, ਸਾਡੇ ਲਈ ਇੱਕ ਬਹੁਤ ਵੱਡਾ ਉਪਦੇਸ਼ ਹੈ ਕਿ ਚੇਤੇ ਰੱਖੀ ਪਿਆਰਿਆ, ਐਸੀ ਲਾਲ ਤੁਝ ਬਿਨ ਕੌਣ ਕਰੈ ਰੱਬ ਜੀ। ਇਦਾਂ ਦੀ ਕਿਰਪਾ ਤੇਰੇ ਤੋਂ ਬਿਨਾ ਕੋਈ ਨਹੀਂ ਕਰ ਸਕਦਾ। ਰੱਬ ਤੋਂ ਬਿਨਾ ਕਿਰਪਾ ਕੋਈ ਨਹੀਂ ਜੇ ਕਰ ਸਕਦਾ। ਇਹ ਗੱਲ ਸਮਝ ਲਿਓ, ਇਹ ਨੁਕਤਾ ਸਮਝਣ ਯੋਗ ਹੈ। ਮੈਂ ਰਾਤ ਵੀ ਅਰਜ਼ ਕੀਤੀ ਸੀ, ਕੱਲ ਸਵੇਰ ਦੇ ਦੀਵਾਨਾਂ 'ਚ ਖੰਨੇ ਦੇ ਇਲਾਕੇ, ਦੁਪਹਿਰੇ ਲੁਧਿਆਣੇ ਦੇ ਇਲਾਕੇ, ਰਾਤ ਨੂੰ ਮੁਕੇਰੀਆਂ, ਮਾਨਗੜ੍ਹ ਬੇਨਤੀ ਕਰਕੇ ਆਇਆ। ਚੇਤੇ ਰੱਖਿਓ, ਅੱਜ ਤੇ ਸੰਸਾਰ ਅੰਦਰ ਕਿਰਪਾ ਵੀ ਲੋਕ ਰੁਪਈਏ ਲੈ ਕੇ ਵੇਚਣ ਦਾ ਯਤਨ ਕਰਦੇ ਆ। ਯਾਦ ਰੱਖਿਓ ਜੀ, ਕਿਸੇ ਮੈਂ ਉਦਾਹਰਨ ਦੇਣ ਲੱਗਾ, ਕਿਰਪਾ ਵੀ ਜਿਹੜੀ ਹੈ ਵਿਕਦੀ ਹੈ। ਤੇ ਕਿਰਪਾ ਪੁੱਛਿਆ ਜਾਂਦਾ ਹੈ ਵੀ ਕਿਰਪਾ ਕਿਉਂ ਨਹੀਂ ਹੋਈ, ਤੇ ਕਿਰਪਾ ਰੁਕ ਕਿਵੇਂ ਗਈ, ਤੇ ਕਿਰਪਾ ਰੁਕੀ ਕਿਉਂ ਹੈ। ਪੁੱਛਿਆ ਜਾਂਦਾ ਹੈ ਅੱਜ ਖਾਦਾ ਕੀ ਸੀ, ਅੱਜ ਕੀ ਨਹੀਂ ਖਾਦਾ, ਇਹ ਕਦੋਂ ਦਾ ਖਾਦਾ ਹੀ। ਕਮਾਲ ਦੀ ਗੱਲ ਹੈ ਪਿਆਰਿਓ। ਤਨ ਤਨ ਭਗਤ ਰਵਿਦਾਸ ਸਾਹਿਬ ਸਾਡੇ ਅੱਗੇ ਇਹ ਵਿਚਾਰ ਰੱਖ ਕੇ ਗਏ, ਪਿਆਰਿਆ ਰੱਬ ਤੋਂ ਬਿਨਾ ਕੋਈ ਕਿਰਪਾ ਨਹੀਂ ਕਰ ਸਕਦਾ। ਐਵੇਂ ਕਿਤੇ ਭਟਕੀ ਨਾ, ਰੱਬ ਤੋਂ ਬਿਨਾ ਕੋਈ ਕਿਰਪਾ ਨਹੀਂ ਕਰ ਸਕਦਾ। ਐਸੀ ਲਾਲ ਤੁਝ ਬਿਨ ਕੌਣ ਕਰੈ। ਤੇ ਜਦੋਂ ਰੱਬ ਦੀ ਕਿਰਪਾ ਹੁੰਦੀ ਹੈ ਨਾ, ਫਿਰ ਗਰੀਬ ਨਵਾਜ ਗੁਸਈਆਂ ਮੇਰਾ, ਰੱਬ ਗਰੀਬਾਂ ਨੂੰ ਨਿਵਾਜਣ ਵਾਲਾ। ਤੇ ਜਦੋਂ ਉਹਦੀ ਕਿਰਪਾ ਹੁੰਦੀ ਆ, ਗਰੀਬ ਨਿਵਾਜ਼ ਗੁਸਈਆਂ ਮੇਰਾ, ਉਹਦੀ ਕਿਰਪਾ ਹੋਈ ਤੇ ਅੱਜ ਮੱਥੇ ਦੇ ਉੱਤੇ ਛਤਰ ਝੁੱਲਦੇ ਨੇ। ਉਹਦੀ ਕਿਰਪਾ ਹੁੰਦੀ ਤੇ ਮੱਥੇ ਤੇ ਛਤਰ ਝੁੱਲਦੇ ਆ। ਬੇਨਤੀ ਕਰਾਂ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਉੱਪਰ ਚੰਦੋਵਾ ਸਾਹਿਬ ਸ਼ਿਸ਼ੋਬਤ, ਚੌਰ ਸਾਹਿਬ ਹੋ ਰਹੇ ਨੇ। ਤਖਤਾਂ ਤੇ ਸਤਿਗੁਰੂ ਜੀ ਬਿਰਾਜਮਾਨ ਨੇ, ਔਰ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਆਪਾਂ ਬੈਠੇ ਹਾਂ। 4 ਗੱਲਾਂ ਚੇਤੇ ਰੱਖਿਓ। ਇਹ ਚੰਦੋਵਾ ਸਾਹਿਬ ਜਿਹੜਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਤੇ ਸ਼ਿਸ਼ੋਬਤ ਨਾ, ਇਹ ਕੀ ਹੈ ਭਲਾ? ਇਹ ਹੈ ਧੰਨ ਧੰਨ ਭਗਤ ਰਵਿਦਾਸ ਮਹਾਰਾਜ ਜੀ ਦੇ ਸਿਰ ਉੱਤੇ ਛਤਰ ਝੁੱਲਿਆ ਹੋਇਆ ਹੈ। ਇਵੇਂ ਛਤਰ ਅੱਜ ਵੀ ਝੁੱਲ ਰਿਹਾ, ਚੌਰ ਹੋ ਰਿਹਾ ਨਾ ਜੀ। ਵੇਖਿਓ, ਚੌਰ ਹੋ ਰਿਹਾ। ਕਦੇ ਪੜ੍ਹ ਕੇ ਵੇਖੋ ਉਹਨਾਂ ਦੇ ਪਾਵਨ ਪਵਿੱਤਰ ਸ਼ਬਦ ਕਿਵੇਂ ਕਿਵੇਂ ਜਦੋਂ ਪੜ੍ਹਿਆ ਜਾਂਦਾ ਨਾ ਸ਼ਬਦ, ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋਹ ਨਹੀਂ ਤੇ ਠਾਉ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਹਿ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਗੁਰਮੁਖੋ, ਤੇ ਇਹਦੇ ਵਿੱਚ ਅੱਗੇ ਜਾ ਕੇ ਬਚਨ ਬੜਾ ਪਿਆਰਾ ਉਹਨਾਂ ਕਿਹਾ, ਰੱਬ ਦੀ ਕਿਰਪਾ। ਤੇ ਕਹਿਣ ਲੱਗੇ ਰੱਬ ਦੀ ਕਿਰਪਾ ਚੋਂ ਮਿਲਿਆ ਕੀ? ਸ਼ਬਦ ਵੇਖਿਓ, ਕਹਿਣ ਲੱਗੇ ਰੱਬ ਦੀ ਕਿਰਪਾ ਵਿੱਚੋਂ ਸਦਾ ਪਾਤਸ਼ਾਹੀ ਮਿਲ ਗਈ। ਉਹ ਪਾਤਸ਼ਾਹੀ ਪ੍ਰਾਪਤ ਹੋ ਗਈ ਜਿਹੜੀ ਰਹਿੰਦੀ ਦੁਨੀਆ ਤੱਕ ਕਾਇਮ ਰਹਿਣੀ ਹੈ।
ਸ਼ਬਦ ਹਨ ਕਾਇਮ ਦਾਇਮ ਸਦਾ ਪਾਤਸ਼ਾਹੀ। ਆਹ ਕੁਝ ਮਿਲਿਆ ਰੱਬ ਦੀ ਕਿਰਪਾ ਚੋਂ, ਸਦਾ ਪਾਤਸ਼ਾਹੀ ਤੇ ਕਾਇਮ ਰਹਿਣ ਵਾਲੀਆਂ ਦਾਤਾਂ। ਕੀ ਮਿਲਿਆ ਰੱਬ ਦੀ ਕਿਰਪਾ ਚੋਂ? ਦੁਨੀਆ ਦੇ ਲੋਕ ਤੇ ਗਰੀਬੀ ਵੇਖ ਵੇਖ ਕੇ ਹੱਸਦੇ ਸੀ, ਕਹਿਣ ਲੱਗੇ ਰੱਬ ਨੇ ਕਿਰਪਾ ਕੀਤੀ, 18 ਸਦੀਆਂ ਜਿਹੜੀਆਂ ਮੇਰੀ ਹੱਥ ਦੀ ਤਲੀ ਦੇ ਉੱਤੇ ਰੱਖ ਦਿੱਤੀਆਂ। ਪਿਆਰਿਓ 18 ਸਦੀਆਂ ਮੇਰਾ ਸਮਾਂ ਸੰਪੂਰਨਤਾ ਤੇ ਹੈ, ਮੈਂ ਸਮਾਪਤੀ ਵੱਲ ਆਵਾਂ। 18 ਸਦੀਆਂ ਜਿਹੜੀਆਂ ਨੇ, ਇੱਕ ਗੱਲ ਚੇਤੇ ਰੱਖਿਓ, 18 ਜਿਹੜਾ ਇਹ 18 ਸ਼ਬਦ ਹੈ ਨਾ, ਸਿੱਖ ਜਗਤ ਵਿੱਚ ਇਹਦੀ ਬੜੀ ਗਹਿਰੀ ਥਾਂ ਹੈ। ਤੁਸੀਂ ਕਹੋਗੇ ਜੀ ਕਿਵੇਂ? ਜਿੱਥੇ 18 ਸਦੀਆਂ ਦਾ ਜ਼ਿਕਰ ਆਉਂਦਾ ਹੈ, ਚੇਤੇ ਰੱਖਿਓ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਨੂੰ 18 ਵਰ੍ਹਿਆਂ ਦੀ ਆਰਜ਼ਾ ਸੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਦੀ ਜਦੋਂ ਸ਼ਹੀਦੀਆਂ ਪ੍ਰਾਪਤ ਹੋਈਆਂ। 18 ਵਰ੍ਹਿਆਂ ਦੀ ਆਰਜ਼ਾ ਬਾਬੇ ਦੀਪ ਸਿੰਘ ਸਾਹਿਬ ਦੀ। ਪਿਆਰਿਓ ਉਸ ਵੇਲੇ ਦੀਪਾ ਹੈ, ਉਸ ਵੇਲੇ ਕੇਵਲ ਤੇ ਕੇਵਲ ਦੀਪਾ ਹੈ ਜੀ। ਜਦੋਂ ਆਨੰਦਪੁਰ ਸਾਹਿਬ ਪਹੁੰਚਿਆ, ਦੀਪਾ ਅੰਮ੍ਰਿਤ ਛਕਿਆ, ਬਣ ਗਏ ਦੀਪ ਸਿੰਘ। ਆਨੰਦਪੁਰੋਂ ਆਵਾਜ਼ਾਂ ਆਉਣ ਲੱਗ ਪਈਆਂ, ਭਾਈ ਦੀਪ ਸਿੰਘ ਤੇ ਕਲਗੀਧਰ ਸਤਿਗੁਰੂ ਜੀ ਦੇ ਕੋਲੋਂ 4 ਹੁਕਮ ਲੈ ਕੇ, ਮੇਰੇ ਕੋਲ ਸਮਾਂ ਨਹੀਂ ਹੁਣ, ਮੈਂ ਉਧਰ ਜਾਣਾ ਨਹੀਂ ਚਾਹੁੰਦਾ, 4 ਬਖਸ਼ਿਸ਼ਾਂ ਕਲਗੀਧਰ ਸਤਿਗੁਰੂ ਜੀ ਦੇ ਕੋਲੋਂ ਲੈ ਕੇ ਤੇ ਪਹੁੰਚੇ ਆਪਣੇ ਪਿੰਡ ਪਹੂਵਿੰਡ। ਇੱਥੇ ਆ ਕੇ ਗੁਰਮਤਿ ਦਾ ਪ੍ਰਚਾਰ, ਸ਼ਸਤਰ ਵਿਦਿਆ ਸਿਖਾਉਣੀ ਸ਼ੁਰੂ ਕਰ ਦਿੱਤੀ ਆਪਣੇ ਇਲਾਕੇ 'ਚ। ਸਾਰਾ ਇਲਾਕਾ ਦੀਪੇ ਨੂੰ ਕਹਿਣ ਲੱਗ ਪਿਆ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਪਿਆਰਿਓ 18 ਵਰ੍ਹਿਆਂ ਦੀ ਆਰਜ਼ਾ ਸੀ ਜਿੱਦਣ ਖੰਡੇ ਬਾਟੇ ਦੀ ਪੌਲ ਉਹਨਾਂ ਪ੍ਰਾਪਤ ਕੀਤੀ ਕਲਗੀਧਰ ਬਾਪੂ ਕੋਲੋਂ। ਪੜੋ ਸਾਕਾ ਨਨਕਾਣਾ ਸਾਹਿਬ। ਗੁਰਮੁਖੋ ਸਰਦਾਰ ਟਹਿਲ ਸਿੰਘ ਨੂੰ ਚੇਤੇ ਕਰਿਓ, ਜਿਨ੍ਹਾਂ ਨੇ ਬੀਬੀ ਇੰਦਰ ਕੌਰ ਦੀ ਤਲੀ ਦੇ ਉੱਤੇ 18 ਰੁਪਏ ਰੱਖ ਕੇ ਕਿਹਾ ਸੀ, ਭੈਣੇ 18 ਰੁਪਏ ਤੁਹਾਨੂੰ ਦੇ ਕੇ ਚੱਲੇ ਆ, ਇਹਨਾਂ 18 ਰੁਪਈਆਂ ਦੇ ਨਾਲ ਸਾਡੀ ਸ਼ਹੀਦੀ ਤੋਂ ਬਾਅਦ ਤੁਸੀਂ ਸਾਡਾ ਅਖੰਡ ਪਾਠ ਸਾਹਿਬ ਕਰਵਾਉਣਾ। ਪਿਆਰਿਓ ਬਹੁਤ ਕੁਝ ਆ ਜਦੋਂ ਰੱਬ ਕਿਰਪਾ ਕਰਦਾ ਹੈ। ਚਲੋ ਵਾਪਸ ਵਿਸ਼ੇ ਤੇ ਆ। ਰੱਬ ਦੀ ਕਿਰਪਾ ਹੋਈ ਤੇ ਰੱਬ ਨੇ 9 ਨਦੀਆਂ 18 ਸਦੀਆਂ ਹੱਥ ਦੀ ਤਲੀ ਤੇ ਰੱਖ ਦਿੱਤੀਆਂ। ਰੱਬ ਦੀ ਕਿਰਪਾ ਹੋਈ, ਜਿਹੜੇ ਕਦੇ ਮੱਥੇ ਲੱਗਣਾ ਨਹੀਂ ਸੀ ਚਾਹੁੰਦੇ, ਰੱਬ ਦੀ ਕਿਰਪਾ ਹੋਈ, ਅੱਜ ਸਾਰਾ ਜਗਤ ਉਹਨਾਂ ਦੇ ਚਰਨਾਂ ਵਿੱਚ ਮੱਥੇ ਟੇਕਦਾ ਪਿਆ। ਸਤਿਗੁਰੂ ਮਿਹਰ ਕਰੇ, ਗੁਰੂ ਬਖਸ਼ਿਸ਼ ਕਰੇ, ਸਤਿਗੁਰੂ ਮਿਹਰ ਕਰੇ, ਗੁਰੂ ਬਖਸ਼ਿਸ਼ ਕਰੇ। ਕਿਤੇ ਆਪਾਂ ਗੁਰੂ ਦੀ ਕਿਰਪਾ ਨੂੰ, ਗੁਰੂ ਦੀ ਬਖਸ਼ਿਸ਼ ਨੂੰ ਆਪਾਂ ਮੰਨਣ ਦਾ ਯਤਨ ਕਰੀਏ। ਆਪਾਂ ਵੀ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੀਏ। ਦੋਏ ਹੱਥ ਜੋੜ ਕੇ ਆ ਬਚਨ ਕਹਿ ਕੇ ਫਤਿਹ ਅਰਜ਼ ਕਰਾਂ। ਪਿਆਰ ਵਿੱਚ ਭਿੱਜ ਕੇ ਬਚਨ ਪੜਿਓ ਕਿ ਮਾਲਕ ਜੀ ਸਾਡੇ ਤੇ ਵੀ ਕਿਰਪਾ ਹੋਵੇ। ਪੜਿਓ ਬਚਨ, ਕਿਰਪਾ ਕਰੋ ਦੀਨ ਕੇ ਦਾਤੇ। ਕਰਿਓ ਕਿਰਪਾ ਜੀ ਸਾਰੇ, ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੂਪੈ ਸੁਆਮੀ ਮਾਨਸ ਕੀ ਗਾਤੇ। ਅਰਦਾਸ ਕਰੀਏ ਵਾਹਿਗੁਰੂ ਜੀ ਦੇ ਚਰਨਾਂ 'ਚ। ਸਤਿਗੁਰੂ ਮਿਹਰ ਕਰੇ। ਇੰਨੇ ਸ਼ਬਦਾਂ ਨਾਲ, ਇੰਨੀ ਸੇਵਾ ਤੇ ਇੰਨੇ ਸਮੇਂ ਨਾਲ ਆਪ ਜੀ ਦਾਸਰੇ ਦੀ ਹਾਜ਼ਰੀ ਪ੍ਰਵਾਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ। ਬਾਪੂ ਨੇ ਆਪ ਤਰੁੱਠ ਕੇ ਸੇਵਾ ਲਈ, ਆਪ ਸਮੁੱਚੇ ਪ੍ਰਬੰਧਕ ਵੀਰਾਂ ਦਾ, ਜਿਹੜੇ ਹਰ ਸਾਲ ਵੱਡਾ ਉਦਮ, ਵੱਡਾ ਸਹਿਯੋਗ ਔਰ ਸੱਚੇ ਸਤਿਗੁਰੂ ਜੀ ਦੀ ਵੱਡੀ ਕਿਰਪਾ ਦੇ ਸਦਕਾ ਇਹ ਸਾਲਾਨਾ ਸਮਾਗਮ ਹਰ ਸਾਲ ਜੋ ਹੁੰਦੇ ਨੇ, ਪ੍ਰਬੰਧਕ ਵੀਰਾਂ ਦਾ, ਗੁਰੂ ਕੀਆਂ ਸੰਗਤਾਂ ਦਾ ਧੰਨਵਾਦ ਕਰਦਾ ਹੋਇਆ ਸਤਿਕਾਰਯੋਗ ਮੇਰੇ ਵੀਰ, ਵੱਡੇ ਵੀਰ ਸਰਦਾਰ ਲਖਵੀਰ ਸਿੰਘ ਜੀ, ਜਿਹੜੇ ਸਟੇਜ ਸੰਚਾਲਨ ਦੀ ਵੱਡੀ ਜ਼ਿੰਮੇਵਾਰੀ ਨੂੰ ਬੜੇ ਸੋਹਣੇ ਢੰਗ ਨਾਲ ਨਿਭਾ ਰਹੇ ਹਨ, ਨਿਭਾਉਂਦੇ ਹਨ। ਵੱਡੀਆਂ ਸੇਵਾਵਾਂ ਸਿੱਖ ਪੰਥ ਵਿੱਚ, ਸਿੱਖ ਜਗਤ ਵਿੱਚ ਗੱਤਕੇ ਦੇ ਵਜੋਂ ਵੀ ਉਹ ਨਿਭਾ ਰਹੇ ਹਨ। ਵੱਡੀਆਂ ਜ਼ਿੰਮੇਵਾਰੀਆਂ ਹਨ। ਉਹਨਾਂ ਵੀਰਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਕੇ ਆਪ ਜੀ ਤੋਂ ਆਗਿਆ ਲਵਾਂਗਾ। ਸਮੁੱਚੀ ਹੀ ਸੰਗਤ ਪਿਆਰ ਵਿੱਚ ਭਿੱਜ ਕੇ ਫਤਿਹ ਦਾ ਸਿਮਰਨ ਕਰਿਓ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।